कणक की बिजाई भी रहिंदी है, आलू की बिजाई का काम भी हैगा इधर। फिर उस दिन की गलबात हुई सी पापा नाल? मैं किहा सीगा कोई नहीं ਅਸੀਂ ਬਾਲ ਲਵਾਂਗੇ ਖੁਦ ਹੀ ਤੇ ਤੁਸੀਂ ਫਿਕਰ ਨਾ ਕਰੋ, ਬਸ ਤੁਸੀਂ ਉੱਥੇ ਧਰਨੇ ਤੇ ਜਾਓ ਤੇ ਬਾਕੀ ਕਿਸਾਨਾਂ ਦਾ ਸਾਥ ਦੇਵੋ। ਮੈਡੀਕਲ ਦੇ ਵਿਦਿਆਰਥੀ, ਨਾਨ ਮੈਡੀਕਲ ਦੇ ਵਿਦਿਆਰਥੀ, ਉਹ ਬੜੀ ਟਫ ਪੜ੍ਹਾਈ ਹੈ। ਫਿਰ ਖੇਤੀਬਾੜੀ ਕਿਵੇਂ ਮੈਨੇਜ ਕਰ ਰਹੇ ਹੋ ਨਾਲ? ਕਰ ਲਈਦਾ ਮੈਨੇਜ, ਦਾ ਪੜ੍ਹਾਈ ਨੂੰ ਵੀ ਟਾਈਮ ਦੇਈਦਾ ਤੇ ਖੇਤਾਂ ਨੂੰ ਵੀ ਟਾਈਮ ਦੇਈਦਾ, ਦੇਖ ਲਈਦਾ ਵਕਤ ਕਿਸ ਹਿਸਾਬ ਦਾ। ਹਾਂਜੀ, ਕਣਕ ਬੀਜੀ ਹੈ ਪਾਪਾ ਦੇ ਪਿੱਛੋਂ ਜਾਣ ਤੋਂ, ਫਿਰ ਤੁਸੀਂ ਬੀਜੀ ਹੈ ਸਾਰੇ ਖੇਤਾਂ 'ਤੇ? ਹਾਂਜੀ, ਜਿੰਨੇ ਰਹਿੰਦੇ ਸੀਗੇ ਉਹਨਾਂ 'ਚ ਫਿਰ ਮੈਂ ਹੀ ਬਿਜਾਈ ਕੀਤੀ ਆ। ਟੀਵੀ ਦੇ ਉੱਤੇ ਵੀ ਦੇਖ ਰਹੇ ਹੋ, ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹੋ, ਕਿਵੇਂ ਦੇਖ ਰਹੇ ਹੋ ਸੰਘਰਸ਼ ਨੂੰ? ਕਿਸਾਨਾਂ ਦੀ ਹਾਲਤ ਕਿੱਦਾਂ ਦੀ ਮਹਿਸੂਸ ਕਰ ਰਹੇ ਹੋ ਤੁਸੀਂ? ਹਾਲਤ ਠੀਕ ਨਹੀਂ ਹੈ, ਬਹੁਤ ਠੰਡ ਹੈ। ਠੰਡ ਦੇ ਵਿੱਚ ਇੱਦਾਂ ਸੜਕ ਦੇ ਉੱਤੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਆਪਾਂ ਨੂੰ ਤਾਂ ਘਰੇ ਹੀ ਇੱਦਾਂ ਬੈਠਿਆਂ ਨੂੰ ਕਾਫੀ ਠੰਡ ਲੱਗ ਜਾਂਦੀ, ਤਾਂ ਉਹ ਤਾਂ ਉੱਥੇ ਸੜਕਾਂ 'ਤੇ ਨੇ, ਇੰਨੀ ਜ਼ਿਆਦਾ ਠੰਡ ਆ, ਔਖਾ ਹੈ। ਅਤੇ ਤੁਸੀਂ ਇਹ ਨਾ ਸੋਚੋ ਵੀ ਜਦੋਂ ਫਸਲ ਬੀਜਣੀ ਹੋਈ ਹੈ, ਵੱਢਣੀ ਹੋਈ ਤਾਂ ਕਿਸਾਨ ਵਾਪਸ ਚੱਲ ਜਾਣਗੇ ਘਰਾਂ ਨੂੰ। ਇੱਦਾਂ ਨਹੀਂ ਹੋਣ ਵਾਲਾ, ਜਦ ਤੱਕ ਉਹ ਮੰਨਣਗੇ ਨਹੀਂ ਉਦੋਂ ਤੱਕ ਉੱਥੇ ਹੀ ਰਹਿਣਗੇ। ਕੈਨੇਡਾ ਜਾਣ ਦਾ ਵੀ ਹੈਗਾ ਪਲਾਨ ਅੱਗੇ? ਜਿੱਦਾਂ ਦੇ ਹਾਲਾਤ ਹੋਈ ਜਾ ਰਹੇ ਨੇ ਲੱਗਦਾ ਜਾਣਾ ਪਊਗਾ, ਕਿਉਂਕਿ ਇੱਥੇ ਤਾਂ ਹੁਣ ਕੁਝ ਰਿਹਾ ਨਹੀਂ ਹੈ। ਸਰਕਾਰ ਤਾਂ ਸਾਰੇ ਪਾਸੇ ਮਤਲਬ ਕੀ ਕਰੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਦੇਸ਼ ਦਾ ਅੰਨਦਾਤਾ ਦਿੱਲੀ ਦੇ ਵਿੱਚ ਆਪਣੇ ਹੱਕਾਂ ਦੀ ਜੰਗ ਲੜ ਰਿਹਾ ਹੈ ਤੇ ਪੰਜਾਬ ਦੇ ਬਹੁਤ ਸਾਰੇ ਕਿਸਾਨ ਭਰਾ ਪਿਛਲੇ ਕਈ ਦਿਨਾਂ ਤੋਂ ਕੋਈ ਕੁੰਡਲੀ ਬਾਰਡਰ ਤੇ ਧਰਨਾ ਮਾਰ ਕੇ ਬੈਠਾ ਹੈ ਤੇ ਕੋਈ ਟਿਕਰੀ ਬਾਰਡਰ ਤੇ ਕੋਈ ਗਾਜ਼ੀਆਬਾਦ ਬਾਰਡਰ ਦੇ ਉੱਤੇ ਆਪਣੇ ਲਈ ਸੰਘਰਸ਼ ਕਰ ਰਿਹਾ, ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਿਹਾ। ਪਰ ਉਹਨਾਂ ਕਿਸਾਨਾਂ ਦੇ ਪਿੱਛੋਂ ਉਹਨਾਂ ਦੇ ਪਰਿਵਾਰ ਕਿਵੇਂ ਚੱਲ ਰਹੇ ਨੇ, ਉਹਨਾਂ ਦੀ ਖੇਤੀਬਾੜੀ ਕਿਵੇਂ ਚੱਲ ਰਹੀ ਹੈ, ਅੱਜ ਇਹੀ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਿਹਾ ਹੈ, ਜਿਸ ਵਿੱਚ ਇੱਕ 17 ਸਾਲਾ ਧੀ ਨੇ ਆਪਣੇ ਪਿਤਾ ਨੂੰ ਇਹ ਕਹਿ ਕੇ ਦਿੱਲੀ ਕੁੰਡਲੀ ਧਰਨੇ ਦੇ ਉੱਤੇ ਤੋਰ ਦਿੱਤਾ ਹੈ ਵੀ ਤੁਸੀਂ ਜਾ ਕੇ ਇਸ ਸੰਘਰਸ਼ ਦਾ ਹਿੱਸਾ ਬਣੋ। ਮੈਂ ਪਿੰਡ 'ਚ ਰਹਿ ਕੇ ਖੇਤੀਬਾੜੀ ਕਰਾਂਗੀ, ਟਰੈਕਟਰ ਚਲਾਵਾਂਗੀ ਔਰ ਪੂਰੀ ਕਣਕ ਵੀ ਬੀਜਾਂਗੀ। ਉਸ ਭੈਣ ਦੇ ਵੱਲੋਂ ਖੇਤੀਬਾੜੀ ਵੀ ਕੀਤੀ ਜਾ ਰਹੀ ਹੈ, ਪੱਠੇ ਵੀ ਵੱਢੇ ਜਾ ਰਹੇ ਨੇ, ਪਸ਼ੂਆਂ ਦਾ ਖਿਆਲ ਵੀ ਰੱਖਿਆ ਜਾ ਰਿਹਾ ਹੈ, ਪੜ੍ਹਾਈ ਵੀ ਕੀਤੀ ਜਾ ਰਹੀ ਹੈ। ਉਮਰ ਮਹਿਜ਼ 17 ਸਾਲ ਹੈ। ਭੈਣ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਮਨਪ੍ਰੀਤ ਕੌਰ। ਉਮਰ ਕਿੰਨੀ ਤੁਹਾਡੀ? 17 ਸਾਲ। ਕਿਹੜੀ ਕਲਾਸ 'ਚ ਪੜ੍ਹਦੇ? ਮੈਂ +2। ਅੱਛਾ, ਟਰੈਕਟਰ ਚਲਾਉਂਦਿਆਂ ਨੂੰ ਕਿੰਨੀ ਦੇਰ ਹੋ ਗਈ ਤੁਹਾਨੂੰ? ਮੈਨੂੰ 3-4 ਸਾਲ ਹੋ ਗਏ ਨੇ ਚੰਗੀ ਤਰ੍ਹਾਂ ਚਲਾਉਂਦੇ ਹੋ। ਵੈਸੇ ਛੋਟੇ ਹੁੰਦੇ ਵੀ ਚਲਾਇਆ ਥੋੜ੍ਹਾ ਬਹੁਤ। ਹੁਣ ਪਾਪਾ ਕਿੱਥੇ ਨੇ ਤੁਹਾਡੇ? ਉਹ ਦਿੱਲੀ ਨੇ ਬਾਰਡਰ ਦੇ ਉੱਤੇ ਧਰਨੇ ਦੇ ਵਿੱਚ। ਅੱਛਾ, ਜਿਸ ਦਿਨ ਪਾਪਾ ਗਏ ਫਿਰ ਉਸ ਦਿਨ ਉਹਨਾਂ ਨੇ ਕਿਹਾ ਵੀ ਹੋਊਗਾ ਪਿੱਛੋਂ ਖੇਤ ਰਹਿੰਦੇ ਨੇ ਵਾਹੁਣ ਵਾਲੇ, ਕਣਕ ਦੀ ਬਿਜਾਈ ਵੀ ਰਹਿੰਦੀ ਆ, ਆਲੂ ਦੀ ਬਿਜਾਈ ਦਾ ਕੰਮ ਵੀ ਹੈਗਾ ਇੱਧਰ। ਫਿਰ ਉਸ ਦਿਨ ਕੀ ਗੱਲਬਾਤ ਹੋਈ ਸੀ ਪਾਪਾ ਨਾਲ? ਮੈਂ ਕਿਹਾ ਸੀਗਾ ਕੋਈ ਨਹੀਂ ਅਸੀਂ ਬਾਲ ਲਵਾਂਗੇ ਖੁਦ ਹੀ ਤੇ ਤੁਸੀਂ ਫਿਕਰ ਨਾ ਕਰੋ, ਬਸ ਤੁਸੀਂ ਉੱਥੇ ਧਰਨੇ ਤੇ ਜਾਓ ਤੇ ਬਾਕੀ ਕਿਸਾਨਾਂ ਦਾ ਸਾਥ ਦੇਵੋ। ਕਿੰਨੇ ਦਿਨ ਹੋ ਗਏ ਪਾਪਾ ਲਗਾਤਾਰ ਜਾ ਰਹੇ ਆ ਜਿੰਨੀ ਦੇਰ ਤੱਕ ਧਰਨਾ ਉੱਥੇ ਚੱਲ ਰਿਹਾ? ਵਿੱਚ ਚੱਲ ਜਾਂਦੇ ਨੇ, ਆ ਜਾਂਦੇ ਨੇ, ਫਿਰ ਇੱਥੇ ਵੀ ਥੋੜ੍ਹਾ ਲਗਾਤਾਰ ਉੱਥੇ ਰਹਿਣਾ ਥੋੜ੍ਹਾ ਮੁਸ਼ਕਿਲ ਹੈ। ਆ ਜਾਂਦੇ ਚੱਲ ਜਾਂਦੇ ਨੇ। ਹਾਂਜੀ। +2 ਦੇ ਵਿੱਚ ਪੜ੍ਹਦੇ ਹੋ, ਕਿਸ ਸਟਰੀਮ ਦੇ ਵਿੱਚ ਪੜ੍ਹਾਈ ਕਰ ਰਹੇ ਹੋ ਤੁਸੀਂ? ਮੇਰੀ ਸਾਇੰਸ ਸਟਰੀਮ ਆ, ਨਾਨ ਮੈਡੀਕਲ ਰੱਖਿਆ ਹੋਇਆ ਮੈਂ। ਹਾਂਜੀ। ਫਿਰ ਖੇਤੀਬਾੜੀ ਦਾ ਤੇ ਇੱਕ ਡਾਕਟਰੀ ਲਾਈਨ ਮੈਂ ਕਹਿ ਲਵਾਂ ਜਾਂ ਮੈਡੀਕਲ ਦੇ ਵਿਦਿਆਰਥੀ, ਨਾਨ ਮੈਡੀਕਲ ਦੇ ਵਿਦਿਆਰਥੀ, ਉਹ ਬੜੀ ਟਫ ਪੜ੍ਹਾਈ ਹੈ। ਫਿਰ ਖੇਤੀਬਾੜੀ ਕਿਵੇਂ ਮੈਨੇਜ ਕਰ ਰਹੇ ਹੋ ਨਾਲ? ਕਰ ਲਈਦਾ ਮੈਨੇਜ, ਦਾ ਪੜ੍ਹਾਈ ਨੂੰ ਵੀ ਟਾਈਮ ਦੇਈਦਾ ਤੇ ਖੇਤਾਂ ਨੂੰ ਵੀ ਟਾਈਮ ਦੇਈਦਾ, ਦੇਖ ਲਈਦਾ ਵਕਤ ਕਿਸ ਹਿਸਾਬ ਦਾ। ਹਾਂਜੀ। ਅੱਛਾ, ਤੇ ਨਾਲ ਪੱਠੇ ਪੁੱਠੇ ਵੀ ਵੱਢ ਲੈਂਦੇ ਹੋ? ਹੈ। ਹਾਂਜੀ, ਵੱਢ ਲਈਦੇ। ਘਰ ਦਾ ਕੰਮ ਵੀ ਕਰਦਾ ਮੰਮੀ ਨਾਲ ਵੀ ਹੈਲਪ ਕਰਾਉਂਦੇ ਜਾਂ ਸਿਰਫ ਡੈਡੀ ਵਾਲੀ ਜ਼ਿੰਮੇਵਾਰੀ ਚੱਕੀ? ਨਹੀਂ, ਮੰਮੀ ਨਾਲ ਵੀ ਕਰਾ ਦੀ ਦੀ ਹੈਲਪ, ਜਿੱਦਾਂ ਵੀ ਹੋਵੇ ਫਿਰ ਕਰਵਾ ਦੀ ਦੀ ਹੈਲਪ, ਜਿੱਥੇ ਵੀ ਲੋੜ ਹੋਵੇ। ਹਾਂਜੀ, ਚਲ ਜੀ। ਤੇ ਫਿਰ ਖੇਤਾਂ ਨੂੰ ਜਿਹੜੀ ਹੁਣ ਕਣਕ ਬੀਜੀ ਹੈ ਪਾਪਾ ਦੇ ਪਿੱਛੋਂ ਜਾਣ ਤੋਂ, ਫਿਰ ਤੁਸੀਂ ਬੀਜੀ ਹੈ ਸਾਰੇ ਖੇਤ ਆਪ ਤਿਆਰ ਕੀਤੇ? ਹਾਂਜੀ, ਜਿੰਨੇ ਰਹਿੰਦੇ ਸੀਗੇ ਉਹਨਾਂ 'ਚ ਫਿਰ ਮੈਂ ਹੀ ਬਿਜਾਈ ਕੀਤੀ ਆ। ਪਹਿਲਾਂ ਥੋੜ੍ਹੀ ਬੀਜੀ ਹੋਈ ਸੀਗੀ, ਥੋੜ੍ਹੀ ਜਿਹੀ ਰਹਿੰਦੀ ਸੀਗੀ। ਹਾਂਜੀ। ਕੋਈ ਕਸਰ ਤਾਂ ਨਹੀਂ ਛੱਡੀ ਵੀ ਪਾਪਾ ਨੇ ਬਹੁਤ ਵਧੀਆ ਕਣਕ ਬੀਜ ਲੈਣੀ ਸੀਗੀ, ਬਹੁਤ ਵਧੀਆ ਉਹਨਾਂ ਨੇ ਖੇਤ ਵਾਹ ਦੇਣੇ ਸੀਗੇ, ਤੁਹਾਡੇ ਤੋਂ ਕੋਈ ਕਸਰ ਤਾਂ ਨਹੀਂ ਰਹਿ ਗਈ? ਨਹੀਂ, ਕਸਰ ਤਾਂ ਨਹੀਂ ਰਹੀ, ਪਰ ਉਹਨਾਂ ਨੂੰ ਇੰਨਾ ਐਕਸਪੀਰੀਅੰਸ ਆ, ਮੈਂ ਹਲੇ ਸ਼ੁਰੂਆਤ ਕੀਤੀ ਆ, ਥੋੜ੍ਹਾ ਬਹੁਤ ਫਰਕ ਪੈ ਜਾਂਦਾ, ਪਰ ਫਿਰ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ। ਹਾਂਜੀ। ਅੱਛਾ, ਜਦੋਂ ਤੁਸੀਂ ਪਿੰਡ ਤੋਂ ਟਰੈਕਟਰ ਲੈ ਕੇ ਆਉਂਦੇ ਹੋ, ਟਰੈਕਟਰ ਚਲਾਉਂਦੇ ਹੋ, ਤਾਂ ਪਿੰਡ ਵਾਲੇ ਕੀ ਸੋਚਦੇ ਨੇ ਤੁਹਾਡੇ ਪ੍ਰਤੀ? ਤੁਹਾਨੂੰ ਦੇਖਦੇ ਹੋਣਗੇ, ਮਨ 'ਚ ਐ ਨਹੀਂ ਆਉਂਦਾ ਵੀ ਲੋਕ ਮੇਰੇ ਬਾਰੇ ਕੀ ਕਹਿਣਗੇ? ਆਉਂਦਾ ਹੈ, ਪਰ ਕਿਸੇ ਦਾ ਕੀ ਹੈ, ਆਪਣਾ ਕੰਮ ਦੇਖੀਦਾ, ਆਪਣਾ ਕੰਮ ਆਪ ਨੂੰ ਹੀ ਕਰਨਾ ਪੈਂਦਾ, ਕੋਈ ਫਰਕ ਨਹੀਂ, ਜੋ ਕਹਿਣਾ ਕਹੀ ਜਾਣ। ਕਹਿੰਦੇ ਨੇ ਉੱਦਾਂ ਲੋਕ, ਕੁਛ ਕਦੀ ਕਿਸੇ ਨੇ ਕਿਹਾ ਵੀ ਪੁੱਤ ਨਾ ਕਰਿਆ ਕਰ, ਤੂੰ ਨਾ ਟਰੈਕਟਰ ਚਲਾਇਆ ਕਰ, ਕੁੜੀਆਂ ਨੇ ਟਰੈਕਟਰ ਚਲਾਇਆ। ਹਾਲਾਂਕਿ ਕੁੜੀਆਂ ਤਾਂ ਜਹਾਜ਼ ਵੀ ਉਡਾਈ ਫਿਰਦੀਆਂ ਨੇ। ਕਲਪਨਾ ਚਾਵਲਾ ਵੀ ਇੱਕ ਅਜਿਹਾ ਨਾਂ ਹੋਇਆ ਜਿਹੜੀ ਅੰਤਰ ਰਿਸ਼ਤੇ ਤੱਕ ਵੀ ਜਾਂਦੀ ਸੀਗੀ, ਹੈ ਨਾ? ਤਾਂ ਲੋਕ ਕਹਿੰਦੇ ਨੇ, ਕਦੀ ਰੋਕਿਆ ਕਿਸੇ ਨੇ? ਨਹੀਂ, ਹਾਲੇ ਤੱਕ ਤਾਂ ਕਿਸੇ ਨੇ ਇੱਦਾਂ ਕਿਹਾ ਨਹੀਂ। ਵੈਸੇ ਤਾਂ ਕਾਫੀ ਲੋਕ ਖੁਸ਼ ਹੀ ਹੁੰਦੇ ਨੇ ਦੇਖ ਕੇ ਵੀ ਚਲਾਉਂਦੀ ਹੈ। ਹਾਂਜੀ।
ਅੱਛਾ, ਤੇ ਫਿਰ ਪਿਛਲੇ 3-4 ਸਾਲ ਤੋਂ ਟਰੈਕਟਰ ਦੀ ਪੂਰੀ ਬਚਪਨ ਤੋਂ ਸ਼ੌਂਕ ਸੀਗਾ ਟਰੈਕਟਰ ਦਾ? ਹਾਂਜੀ, ਬਚਪਨ ਤੋਂ ਸ਼ੌਕ ਸੀਗਾ, ਦੇਖ ਦੇਖ ਕੇ ਸਿੱਖ ਲਿਆ ਇਦਾਂ ਹੀ। ਹਾਂਜੀ। ਪਰਿਵਾਰ ਦੇ ਵਿੱਚ ਕੌਣ ਹੈ? ਪਰਿਵਾਰ ਦੇ ਵਿੱਚ ਮੇਰੇ ਡੈਡੀ ਨੇ, ਮੇਰੀ ਮੰਮੀ, ਮੇਰਾ ਭਰਾ ਹੈ। ਉਹ ਭਰਾ ਮੇਰਾ ਤਾਂ ਕੈਨੇਡਾ ਦੇ ਵਿੱਚ ਹੈ, ਮੇਰੀ ਦਾਦੀ ਹੈ, ਤੇ ਉਧਰ ਮੇਰਾ ਭਰਾ ਵੀ ਚਾਚਾ ਚਾਚੀ ਹੁਣਾਂ ਦੇ ਕੋਲ ਹੀ ਆ, ਉਹਨਾਂ ਦੇ ਇੱਥੇ ਨਿਆਣੇ ਨੇ। ਹਾਂਜੀ। ਅੱਛਾ, ਤੇ ਫਿਰ ਅੱਗੇ ਆਪਣਾ ਕੀ ਪਲਾਨ ਹੈਗਾ? ਖੇਤੀਬਾੜੀ ਕਰਨੀ ਹੈ ਜਾਂ ਹੁਣ ਅੱਗੇ ਨਾਨ ਮੈਡੀਕਲ ਸਟਰੀਮ ਚੁਣੀ ਹੈ, ਫਿਰ ਉਸ ਲਾਈਨ ਨੂੰ ਕਿੱਦਾਂ ਚਲਾਉਣੀ ਹੈ ਅਗਲੀ ਲਾਈਫ? ਜਿੱਦਾਂ ਦੇ ਕਾਨੂੰਨ ਆ ਰਹੇ, ਖੇਤੀਬਾੜੀ ਤੋਂ ਲੱਗਦਾ ਹੁਣ ਛੱਡਣੀ ਪੈ ਜਾਊਗੀ, ਕਿਉਂਕਿ ਹੁਣ ਆਪਣਾ ਗਾਂ ਫਿਊਚਰ ਦਾ ਵੀ ਦੇਖਣਾ ਆ। ਜਿਸ ਹਿਸਾਬ ਨਾਲ ਹੋਈ ਜਾ ਰਿਹਾ ਸਾਰਾ ਕੁਝ, ਕੋਈ ਇਦਾਂ ਦਾ ਰਿਹਾ ਤਾਂ ਹੈ ਨਹੀਂਗਾ ਵੀ ਹੁਣ ਖੇਤੀਬਾੜੀ ਵਿੱਚ ਹੀ ਰਹੀਏ। ਪਰ ਕੋਸ਼ਿਸ਼ ਹੈ ਵੀ ਹੁਣ ਸ਼ਾਇਦ ਕਾਨੂੰਨ ਰੱਦ ਕਰ ਦੇਣ ਤੇ ਫਿਰ ਤਾਂ ਪੂਰਾ ਖੇਤੀਬਾੜੀ ਵੱਲ ਹੀ ਧਿਆਨ ਆ, ਨਹੀਂ ਤਾਂ ਫਿਰ ਸੰਘਰਸ਼ ਨੂੰ ਜਦੋਂ ਪਾਪਾ ਆਉਂਦੇ ਨੇ ਉਦੋਂ ਤੁਸੀਂ ਗੱਲਾਂ ਵੀ ਪੁੱਛਦੇ ਹੋਵੋਗੇ, ਟੀਵੀ ਦੇ ਉੱਤੇ ਵੀ ਦੇਖ ਰਹੇ ਹੋ, ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹੋ, ਕਿਵੇਂ ਦੇਖ ਰਹੇ ਹੋ ਸੰਘਰਸ਼ ਨੂੰ? ਕਿਸਾਨਾਂ ਦੀ ਹਾਲਤ ਕਿੱਦਾਂ ਦੀ ਮਹਿਸੂਸ ਕਰ ਰਹੇ ਹੋ ਤੁਸੀਂ? ਹਾਲਤ ਠੀਕ ਨਹੀਂ ਹੈ, ਬਹੁਤ ਠੰਡ ਹੈ। ਠੰਡ ਦੇ ਵਿੱਚ ਇਦਾਂ ਸੜਕ ਦੇ ਉੱਤੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਆਪਾਂ ਨੂੰ ਤਾਂ ਘਰੇ ਹੀ ਇਦਾਂ ਬੈਠਿਆਂ ਨੂੰ ਕਾਫੀ ਠੰਡ ਲੱਗਦੀ ਹੁੰਦੀ, ਤੇ ਉਹ ਤਾਂ ਉੱਥੇ ਸੜਕਾਂ ਦੇ ਨੇ, ਇੰਨੀ ਜ਼ਿਆਦਾ ਠੰਡ ਆ, ਔਖਾ ਹੈ। ਹਾਂਜੀ। ਤਾਂ ਦਿੱਕਤ ਤਾਂ ਨਹੀਂ ਆਉਂਦੀ ਟਰੈਕਟਰ ਚਲਾਉਂਦਿਆਂ ਨੂੰ? ਕੋਈ ਮੁਸ਼ਕਲ ਪਰੇਸ਼ਾਨੀ? ਕਿੰਨੀ ਕੁ ਦੇਰ ਤੱਕ ਵਾਹੀ ਕਰ ਲੈਂਦੇ? ਕਿੰਨੇ ਖੇਤ ਜਦੋਂ ਇੱਕ ਵਾਰੀ ਟਰੈਕਟਰ ਦੀ ਸੀਟ ਤੇ ਬਹਿੰਦੇ ਹੋ, ਫਿਰ ਕਿੰਨੇ ਖੇਤ ਤਿਆਰ ਕਰਕੇ ਉਤਰਦੇ ਹੋ? ਇਹ ਤਾਂ ਹੁਣ ਖੇਤਾਂ ਦੇ ਹਿਸਾਬ ਨਾਲ ਜਿੰਨੇ ਕੁ ਵਿਹਲੇ ਨੇ ਕਰ ਲਈ ਦੇ ਤਿਆਰ, ਲਾ ਲਈ ਦੇ 3-4 ਘੰਟੇ ਲਗਾਤਾਰ ਤਾਂ। ਹਾਂਜੀ। ਸਵੇਰੇ ਸ਼ਾਮ ਜਦੋਂ ਵੀ ਮੌਕਾ ਮਿਲੇ ਤੁਸੀਂ ਵਾਹੀ ਕਰ ਲੈਂਦੇ ਹੋ? ਹਾਂਜੀ, ਸਵੇਰੇ ਸ਼ਾਮ। ਮਨਪ੍ਰੀਤ, ਕੀ ਸ਼ੌਂਕ ਨੇ ਤੁਹਾਡੇ? ਸ਼ੌਂਕ ਘੁੰਮਣ ਦਾ ਹੈ। ਹਾਂਜੀ। ਟਰੈਕਟਰ ਚਲਾਉਣਾ, ਬਸ ਇਹੀ ਸ਼ੌਂਕ ਨੇ। ਟਰੈਕਟਰ ਚਲਾਉਣਾ ਵੀ। ਖੇਤੀਬਾੜੀ ਤੋਂ ਤਾਂ ਅੱਜ ਕੱਲ੍ਹ ਦੇ ਜਿਹੜੇ ਨਿਆਣੇ ਆ, ਮੈਂ ਵੀ ਵੇਚੀ ਆ ਉਹਨਾਂ ਦੇ, ਕਿਉਂਕਿ ਨਿਆਣਾ ਤਾਂ ਚਲੋ ਮੈਨੂੰ ਲੋਕ ਹੱਸਣਗੇ ਮੇਰੀ ਗੱਲ ਤੋਂ, ਪਰ ਫਿਰ ਵੀ ਖੇਤੀਬਾੜੀ ਤੋਂ ਅੱਜ ਦੇ ਨੌਜਵਾਨ ਪੀੜ੍ਹੀ ਆ ਉਹ ਬੜੀ ਭੱਜਦੀ ਹੈ। ਕਹਿੰਦੇ ਖੇਤੀ ਦੇ ਵਿੱਚ ਮਿੱਟੀ ਨਾਲ ਮਿੱਟੀ ਤਾਂ ਹੁੰਦੇ ਆ, ਪਰ ਬਚਦਾ ਕੁਝ ਨਹੀਂ ਜਾਂ ਮਿਲਦਾ ਕੁਝ ਨਹੀਂ। ਫਿਰ ਤੁਹਾਡਾ ਇੰਨੀ ਛੋਟੀ ਉਮਰ ਦੇ ਵਿੱਚ ਖੇਤੀ ਨਾਲ ਇੰਨਾ ਰੁਝਾਨ ਕਿਵੇਂ, ਇੰਨੀ ਦਿਲਚਸਪੀ ਕਿਵੇਂ ਵਧੀ? ਸ਼ੁਰੂ ਤੋਂ ਕਰਤੇ ਦੇਖਿਆ ਤਾਂ ਸ਼ੌਂਕ ਸੀਗਾ ਵੀ ਟਰੈਕਟਰ ਚਲਾਉਣਾ ਹੈ, ਤਾਂ ਹੁਣ ਆਪਣਾ ਕੰਮ ਹੈ, ਆਪਣਾ ਕੰਮ ਕਰਨ 'ਚ ਕਾਹਦੀ ਸ਼ਰਮ ਆ। ਤੇ ਫਿਰ ਹੁਣ ਗੱਲ ਇਹ ਵੀ ਸਹੀ ਆ ਵੀ ਕੁਛ ਰਿਹਾ ਤਾਂ ਹੈ ਨਹੀਂਗਾ, ਕਿਉਂਕਿ ਅਗਾਂਹ ਆਪਾਂ ਵੀ ਆਪਣੇ ਫਿਊਚਰ ਬਾਰੇ ਸੋਚਣਾ ਵੀ ਆਪਣਾ ਗੁਜ਼ਾਰਾ ਕਿੱਦਾਂ ਕਰਨਾ ਹੈ। ਤਾਂ ਉਹਦੇ ਕਰਕੇ ਥੋੜ੍ਹੇ ਲੋਕੀ ਸੋਚ ਲੈਂਦੇ ਨੇ ਵੀ ਕੁਛ ਹੈ ਨਹੀਂ ਖੇਤੀ 'ਚ। ਪਰ ਸਰਕਾਰ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ, ਜੇ ਸਰਕਾਰ ਕੁਝ ਕਰਦੀ ਹੈ, ਕਾਨੂੰਨ ਰੱਦ ਕਰ ਦਿੰਦੀ ਹੈ, ਤਾਂ ਫਿਰ ਤਾਂ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੋਰਨਾਂ ਨੌਜਵਾਨਾਂ ਨੂੰ ਵੀ। ਅੱਛਾ, ਜਦੋਂ ਤੁਹਾਡੀਆਂ ਹੁਣ ਵੀਡੀਓਜ਼ ਬਹੁਤ ਸਾਰੀਆਂ ਵਾਇਰਲ ਵੀ ਹੁੰਦੀਆਂ ਨੇ, ਲੋਕ ਸਹੇਲੀਆਂ ਕੀ ਕਹਿੰਦੀਆਂ ਨੇ? ਸਹੇਲੀਆਂ ਗੱਲਬਾਤ ਦੇ ਵਿੱਚ ਕੋਈ ਤੁਹਾਡੇ ਪ੍ਰਤੀ ਨਜ਼ਰੀਆ ਕਿਸੇ ਦਾ ਬਦਲਿਆ? ਨਹੀਂ, ਨਜ਼ਰੀਆ ਤਾਂ ਸੇਮ ਹੀ ਹੈ। ਸਾਰੇ ਕਹਿੰਦੇ ਬਹੁਤ ਵਧੀਆ ਕਿ ਤੂੰ ਇੱਦਾਂ ਆਈ ਕੈਮਰੇ ਦੇ ਅੱਗੇ, ਤੇ ਜ਼ਰੂਰੀ ਸੀਗਾ ਵੀ, ਕਿਉਂਕਿ ਸਰਕਾਰ ਨੂੰ ਇਹ ਦੱਸਣਾ ਸੀਗਾ ਵੀ ਕਿਸਾਨਾਂ ਦਾ ਕੰਮ ਜਿਹੜਾ ਉਹ ਰੁਕਿਆ ਨੀਗਾ, ਪਿੱਛੇ ਸੰਭਾਲਣ ਨੂੰ ਹੈਗੇ ਨੇ। ਤੇ ਤੁਸੀਂ ਇਹ ਨਾ ਸੋਚੋ ਵੀ ਜਦੋਂ ਫਸਲ ਬੀਜਣੀ ਹੋਈ ਜਾਂ ਵੱਢਣੀ ਹੋਈ ਤਾਂ ਕਿਸਾਨ ਵਾਪਸ ਚਲ ਜਾਣਗੇ ਘਰਾਂ ਨੂੰ। ਇਦਾਂ ਨਹੀਂ ਹੋਣ ਵਾਲਾ, ਜਦ ਤੱਕ ਉਹ ਮੰਨਣਗੇ ਨਹੀਂ ਉਦੋਂ ਤੱਕ ਉੱਥੇ ਹੀ ਰਹਿਣਗੇ। ਅੱਛਾ, ਪਾਪਾ ਫੋਨ ਦੇ ਉੱਤੇ ਤੁਹਾਡੇ ਤੋਂ ਫਿਰ ਜਾਣਕਾਰੀ ਲੈਂਦੇ ਹੋਊਗੇ ਵੀ ਕਿੰਨੇ ਖੇਤ ਵਾਹਤੇ, ਕਿੰਨੇ ਖੇਤ ਤਿਆਰ ਕਰਤੇ, ਕਿੰਨੇ 'ਚ ਕਣਕ ਬੀਜਤੀ, ਕਿੰਨੇ ਆਲੂ ਪਟਾਈ ਕਰਤੀ? ਹਾਂਜੀ, ਲੈਂਦੇ ਨੇ, ਜਾਣਕਾਰੀ ਪੁੱਛ ਲੈਂਦੇ ਨੇ। ਫਿਰ ਆਪਾਂ ਵੀ ਉੱਥੇ ਦਾ ਹਾਲ ਚਾਲ ਪੁੱਛ ਲਈਦਾ ਵੀ ਕਿੱਦਾਂ ਦੇ ਹਾਲਾਤ ਨੇ, ਕੁਝ ਬਣਿਆ ਉੱਥੇ ਦਾ ਕਿ ਨਹੀਂ। ਹਾਂਜੀ। ਤੇ ਜਾਣ ਨੂੰ ਦਿਲ ਨਹੀਂ ਕਰਦਾ ਆਪਣਾ ਵੀ ਮੈਂ ਵੀ ਇੱਕ ਗੇੜਾ ਉੱਥੇ? ਜੇ ਬਹੁਤ ਸਾਰੀਆਂ ਸਾਡੀਆਂ ਕੁੜੀਆਂ, ਧੀਆਂ, ਮਾਵਾਂ, ਭੈਣਾਂ, ਬਜ਼ੁਰਗ ਮਾਤਾਵਾਂ ਵੀ ਉੱਥੇ ਨੇ, ਬੱਚੇ ਵੀ, ਆਪਣਾ ਦਿਲ ਕਰਦਾ ਜਾਣ ਨੂੰ ਉਸ ਸੰਘਰਸ਼? ਦਿਲ ਤਾਂ ਕਰਦਾ ਹੈ, ਪਰ ਇੱਥੇ ਵੀ ਪਿੱਛੇ ਦਾ ਵੀ ਸੰਭਾਲਣਾ ਪੈਣਾ। ਜੇ ਮੈਂ ਵੀ ਚੱਲ ਗਈ ਤੇ ਫਿਰ ਪਾਪਾ ਵੀ ਉੱਥੇ ਹੀ ਨੇ, ਤੇ ਫਿਰ ਔਖਾ ਹੋ ਜਾਣਾ ਪਿੱਛੇ ਦਾ ਵੀ ਕੰਮ ਕਰਦਾ ਵੀ, ਇੱਥੇ ਵੀ ਸਾਂਭਣਾ ਪੈਣਾ ਹੈ। ਸੋ ਇਹ ਵੀ ਇੱਕ ਹਿਸਾਬ ਦਾ ਯੋਗਦਾਨ ਹੀ ਹੈ ਕਿ ਇੱਥੇ ਰਹਿ ਕੇ ਪਿੱਛੇ ਸੰਭਾਲਣਾ ਪੈ ਰਿਹਾ। ਹਾਂਜੀ। ਅੱਛਾ, ਜੇ ਕੋਈ ਹੋਰ ਪਿੰਡ ਦਾ ਕੋਈ ਕਿਸਾਨ ਉੱਥੇ ਹੋਵੇ ਤੇ ਉਹਨੂੰ ਮਨਪ੍ਰੀਤ ਦੀ ਲੋੜ ਪੈ ਜਾਵੇ, ਮਨਪ੍ਰੀਤ 2 ਖੇਤ ਮੇਰੇ ਵੀ ਵਾਹੁਣ ਵਾਲੇ ਆ, ਫਿਰ ਮਨਪ੍ਰੀਤ ਸੇਵਾਵਾਂ ਦਊਗੀ? ਦੇਖ ਲਵਾਂਗੇ, ਜੇ ਮੌਕਾ ਮਿਲਿਆ ਤਾਂ ਕਰ ਲਵਾਂਗੇ ਇੰਜ ਵੀ, ਕਿਉਂਕਿ ਮਦਦ ਕਰਨੀ ਚੰਗੀ ਹੁੰਦੀ ਹੈ ਕਿਸੇ ਦੀ ਵੀ। ਹਾਂਜੀ। ਤਾਂ ਮਨਪ੍ਰੀਤ, ਜਿਸ ਤਰੀਕੇ ਦੇ ਨਾਲ ਇਹ ਕਾਨੂੰਨ ਲਗਾਤਾਰ ਸਰਕਾਰਾਂ ਤਰੀਕਾਂ ਪਾਈ ਜਾ ਰਹੀਆਂ ਨੇ, ਪਰ ਇਹਦਾ ਹੱਲ ਕੋਈ ਨਹੀਂ ਅਜੇ ਤੱਕ। ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਵੀ ਮੈਂ ਰੱਦ ਨਹੀਂ ਕਰਨੇ, ਤੁਸੀਂ ਜੋ ਮਰਜ਼ੀ ਕਰ ਲਓ। ਕਹਿੰਦੇ 6 ਮਹੀਨੇ ਦਾ ਰਾਸ਼ਨ ਲੈ ਕੇ ਆਏ, 6 ਮਹੀਨੇ ਦਾ ਰਾਸ਼ਨ ਮੁੱਕ ਜਾਣਾ, ਇਹ ਤਾਂ ਘਰਾਂ ਨੂੰ ਚਲੇ ਜਾਣੇ ਨੇ ਵਾਪਸ। ਦੂਸਰਾ ਕਹਿੰਦੇ ਇਹਨਾਂ ਦੇ ਪਿੱਛੇ ਕੰਮਕਾਰ ਵੀ ਨਹੀਂ ਚੱਲਦੇ, ਉਹ ਵੀ ਬੰਦ ਹੋ ਗਏ ਜਦੋਂ ਇਹ ਸਾਰੇ ਇੱਥੇ ਆ ਕੇ ਬੈਠ ਗਏ। ਕੀ ਜਵਾਬ ਦੇਣਾ ਚਾਹੋਗੇ ਇਸ ਗੱਲ ਦਾ? ਪਹਿਲੀ ਗੱਲ ਤਾਂ ਰਾਸ਼ਨ ਤਾਂ ਉੱਥੇ ਕਦੇ ਮੁੱਕਣ ਵਾਲਾ ਹੈ ਨਹੀਂ, ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਵੀ ਹੋਰਨਾਂ ਸਟੇਟਾਂ ਦੇ ਵੀ ਲੋਕ, ਪੰਜਾਬ ਦੇ ਤਾਂ ਹੈਗੇ ਹੀ ਆ, ਹਰਿਆਣਾ, ਦਿੱਲੀ, ਸਾਰੇ ਬਹੁਤ ਵਧੀਆ ਉੱਥੇ ਕਰ ਰਹੇ ਨੇ, ਸਾਥ ਦੇ ਰਹੇ ਨੇ ਉਹਨਾਂ ਦਾ, ਲੰਗਰ ਲਾ ਰਹੇ ਨੇ। ਉਹ ਰਾਸ਼ਨ ਜਿਹੜਾ ਉਹ ਇੱਧਰੋਂ ਲੈ ਕੇ ਗਏ ਉਹ ਤਾਂ ਜਮ੍ਹਾਂ ਹੀ ਆ। ਤੇ ਜਿਹੜਾ ਪਿੱਛੇ ਕੰਮ ਕਰਦੀ ਉਹ ਤੁਸੀਂ ਦੇਖ ਹੀ ਰਹੇ ਹੋ ਵੀ ਸਾਂਭ ਹੀ ਰਹੇ ਆ ਆਪਾਂ ਕੰਮ ਕਰ, ਜਿੱਦਾਂ ਮੈਂ ਸਾਂਭ ਰਹੀ, ਹੋਰ ਲੋਕੀ ਵੀ ਸਾਂਭ ਰਹੇ ਨੇ, ਮੈਂ ਇਕੱਲੀ ਨਹੀਂ ਆ, ਹੋਰ ਵੀ ਬਥੇਰੇ ਨੇ। ਤੇ ਬਹੁਤ ਸਾਰੇ ਲੋਕ ਕੁੜੀਆਂ ਨੂੰ ਬੜਾ ਕਮਜ਼ੋਰ ਵੀ ਸਮਝਦੇ ਨੇ, ਕਹਿੰਦੇ ਵੀ ਕੁੜੀਆਂ ਉਹ ਕੰਮ ਨਹੀਂ ਕਰ ਸਕਦੀਆਂ ਜਿਹੜੇ ਮਰਦ ਖੇਤਾਂ ਦੇ ਵਿੱਚ ਕਰ ਸਕਦੇ ਨੇ, ਜਾਂ ਕਿਸੇ ਵੀ ਫੀਲਡ ਦੇ ਵਿੱਚ ਕਹਿ ਲਈਏ, ਹੈ ਨਾ। ਤਾਂ ਪਰ ਤੁਸੀਂ ਤਾਂ ਉਹ ਸਾਰੇ, ਮੈਨੂੰ ਲੱਗਦਾ ਉਹਨਾਂ ਦੇ ਇੱਕ ਨਜ਼ਰੀਏ ਨੂੰ, ਮਿੱਥ ਨੂੰ ਬਦਲ ਕੇ ਰੱਖ ਦਿੱਤਾ ਹੈ। ਆਪ ਟਰੈਕਟਰ ਚਲਾਉਂਦੇ ਹੋ, ਆਪ ਖੇਤੀ ਕਰਦੇ ਹੋ, ਵਾਹੁੰਦੇ ਹੋ।
ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੀ ਧੀਆਂ ਨੂੰ ਕਮਜ਼ੋਰ ਸਮਝਦੇ ਨੇ? ਉਦੋਂ ਉਹਨਾਂ ਦੀ ਸੋਚ ਹੈ, ਹੁਣ ਕਿਸੇ ਨੂੰ ਆਪਾਂ ਜ਼ਬਰਦਸਤੀ ਤਾਂ ਕਰ ਨਹੀਂ ਸਕਦੇ ਵੀ ਤੁਸੀਂ ਆਪਣੀ ਸੋਚ ਬਦਲੋ। ਸਮੇਂ ਦੇ ਮੁਤਾਬਕ ਬਦਲ ਜਾਣਗੇ ਲੋਕ ਵੀ, ਹਰ ਇੱਕ ਦੀ ਆਪਣੀ ਆਪਣੀ ਸੋਚਣੀ ਹੁੰਦੀ ਹੈ। ਮੰਮੀ ਹੁਣੀ ਫਿਰ ਜਦੋਂ ਆਉਂਦੇ ਆ ਫਿਰ ਪਿੱਛੇ ਰੋਟੀ ਪਾਣੀ ਲੈ ਕੇ ਆਉਂਦੇ ਨੇ ਖੇਤ ਦੇ ਵਿੱਚ? ਹਾਂਜੀ, ਜਦੋਂ ਉਹ ਉਹਨਾਂ ਦਾ ਕੰਮ ਖਤਮ ਹੋ ਜਾਂਦਾ ਹੈ ਫਿਰ ਆਉਂਦੇ ਨੇ, ਮਦਦ ਵੀ ਕਰ ਦਿੰਦੇ ਨੇ, ਰੋਟੀ ਪਾਣੀ ਤੋਂ ਲੈ ਕੇ ਆਉਂਦੇ ਮਦਦ ਵੀ ਕਰ ਦਿੰਦੇ ਨੇ। ਮੰਮੀ ਵੀ ਚਲਾਉਂਦੇ ਨੇ ਟਰੈਕਟਰ ਕਿ ਨਹੀਂ? ਨਹੀਂ, ਮੰਮੀ ਟਰੈਕਟਰ ਨਹੀਂ ਚਲਾਉਂਦੇ, ਉੱਦਾਂ ਜੇ ਕੋਈ ਕੰਮ ਹੋਵੇ ਤਾਂ ਨਾਲ ਕਰਵਾ ਦਿੰਦੇ। ਜਾਂਚ ਕਿੱਥੋਂ ਸਿੱਖੀ ਟਰੈਕਟਰ ਚਲਾਉਣਾ? ਮੈਨੂੰ ਮੇਰੇ ਭਰਾ ਨੇ ਵੀ ਸਿਖਾਇਆ, ਮੇਰੇ ਡੈਡ ਨੇ ਵੀ ਸਿਖਾਇਆ, ਸਾਰਿਆਂ ਨੇ ਰਲ ਮਿਲ ਕੇ ਸਿਖਾਇਆ। ਹਾਂਜੀ। ਤੇ ਡਰ ਨਹੀਂ ਲੱਗਦਾ? ਮਨ ਕਦੇ ਹੋਇਆ ਨਹੀਂ ਵੀ ਇਹ ਮੈਂ ਕੁੜੀ ਐ ਟਰੈਕਟਰ ਚਲਾਉਣੀ ਐ, ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ? ਕਦੇ ਮਨ 'ਚ ਇਦਾਂ ਦੇ ਖਿਆਲ ਨਹੀਂ ਆਉਂਦੇ? ਨਹੀਂ, ਲੋਕਾਂ ਦਾ ਕੀ ਹੈ, ਲੋਕਾਂ ਦਾ ਤਾਂ ਕੰਮ ਬੋਲਣ ਦਾ ਹੀ ਹੁੰਦਾ, ਕੋਈ ਚੰਗਾ ਬੋਲਦਾ ਕੋਈ ਮੰਦਾ ਬੋਲਦਾ, ਹਰ ਇੱਕ ਦੀ ਆਪਣੀ ਆਪਣੀ ਸੋਚਣੀ ਹੁੰਦੀ ਆ। ਸੋ ਆਪਾਂ ਨੂੰ ਲੋਕਾਂ ਨਾਲ ਕੀ, ਆਪਾਂ ਤਾਂ ਆਪਣੇ ਬਾਰੇ ਸੋਚਣਾ ਹੈ। ਹਾਂਜੀ। ਅੱਛਾ, ਫਿਰ ਕੈਨੇਡਾ ਜਾਣ ਦਾ ਵੀ ਹੈਗਾ ਪਲਾਨ ਅੱਗੇ? ਜਿੱਦਾਂ ਦੇ ਹਾਲਾਤ ਹੋਈ ਜਾ ਰਹੇ ਨੇ ਲੱਗਦਾ ਜਾਣਾ ਪਊਗਾ, ਕਿਉਂਕਿ ਇੱਥੇ ਤਾਂ ਹੁਣ ਕੁਝ ਰਿਹਾ ਨਹੀਂ ਹੈ। ਸਰਕਾਰ ਤਾਂ ਸਾਰੇ ਪਾਸਿਓਂ ਦੁਖੀ ਕਰੀ ਜਾ ਰਹੀ ਹੈ। ਹਾਂਜੀ। ਕਿੰਨੀ ਕੁ ਕਿੱਲੇ, ਕਿੰਨੀ ਕੁ ਖੇਤ ਜ਼ਮੀਨ ਹੈਗੀ ਹੈ ਜਿਹੜੀ ਤੁਸੀਂ ਵਾਹੁੰਦੇ ਹੋ, ਖੇਤੀਬਾੜੀ ਕਰਦੇ ਹੋ? ਅਸੀਂ 15-16 ਖੇਤਾਂ ਦੀ ਕਰਦੇ ਹਾਂ ਖੇਤੀ। ਹਾਂਜੀ। ਕੋਈ ਸਮਝ ਆਈ ਹੈ ਹੁਣ ਖੇਤੀਬਾੜੀ ਦੀ ਹੁਣ ਤੱਕ ਵੀ ਕਣਕ ਦੀ ਬਿਜਾਈ ਕਿੱਦਾਂ ਹੋਣੀ ਹੈ, ਕਿੰਨੇ ਕਿੱਲੇ ਨੂੰ ਕਿੰਨੀ ਵਾਰੀ ਵਾਹੁਣਾ ਪਊਗਾ, ਕਿੰਨਾ ਟਾਈਮ ਤਿਆਰ ਕਰਨੀ ਪਊਗੀ, ਇਹ ਚੀਜ਼ਾਂ ਦੀ ਸਮਝ ਆ ਗਈ ਹੈ ਹੁਣ? ਹਾਂਜੀ, ਥੋੜੀ ਥੋੜੀ ਸਮਝ ਆ ਰਹੀ ਹੈ, ਜਿੱਦਾਂ ਇੱਦਾਂ ਕਰੀ ਜਾ ਰਹੇ ਉਦਾਂ ਦਾ ਪਤਾ ਲੱਗੀ ਜਾ ਰਿਹਾ। ਹੁਣ ਖੇਤਾਂ ਦਾ ਵੀ ਆਪਣਾ ਆਪਣਾ ਹਿਸਾਬ ਹੁੰਦਾ ਵੀ ਕਿਹੜੀ ਪਹਿਲਾਂ ਉਹ 'ਚ ਫਸਲ ਬੀਜੀ ਸੀ। ਜੇ ਤਾਂ ਝੋਨਾ ਬੀਜਿਆ ਸੀਗਾ ਤਾਂ ਉਹਦੀ ਹੁਣ ਕਹਿੰਦੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਹੈਗੀ, ਤਾਂ ਉਹਨੂੰ ਪਰਾਲੀ ਨੂੰ ਵਾਹੁਣ ਵਾਸਤੇ ਬਹੁਤ ਵਾਰੀ ਵਾਹੁਣਾ ਪੈਂਦਾ ਆ, ਕਾਫੀ ਤੇਲ ਲੱਗ ਜਾਂਦਾ। ਸਰਕਾਰ ਤਾਂ ਕਹਿੰਦੀ ਅਸੀਂ ਵਾਹੋ ਤੁਸੀਂ ਵਿੱਚ ਹੀ, ਪਰ ਜਿਹੜਾ ਕੋਈ ਆਮ ਕਿਸਾਨ ਆ ਉਹਦੇ ਲਈ ਬਹੁਤ ਔਖਾ ਹੈ, ਕਿਉਂਕਿ ਇੰਨਾ ਤੇਲ ਦਾ ਖਰਚਾ ਤੇ ਉੱਤੋਂ ਦੀ ਜਿਹੜੀ ਮਸ਼ੀਨਰੀ ਆ ਉਹਦੀ ਵੀ ਹਾਲਤ ਵਿਗੜ ਜਾਂਦੀ ਇੰਨਾ ਵਾਰ-ਵਾਰ ਵਾਹ ਕੇ। ਸੋ ਹੌਲੀ ਹੌਲੀ ਸਮਝ ਆ ਰਹੀ ਹੈ ਜਿੱਦਾਂ ਜਿੱਦਾਂ ਕਰੀ ਜਾ ਰਹੇ ਆ। ਜੋ ਟਰੈਕਟਰ ਦੇ ਵਿੱਚ ਜਿਹੜਾ ਤੇ ਮਰਦਾਂ ਦੀ ਆਪਾਂ ਅਕਸਰ ਦੇਖਦੇ ਆਂ ਵੀ ਜੇ ਕੋਈ ਟਰੈਕਟਰ ਦੇ ਵਿੱਚ ਮਾੜਾ ਮੋਟਾ ਫਾਲਟ ਪਏ ਤਾਂ ਉਹਨੂੰ ਸੀਟ ਤੇ ਬਹਿੰਦੇ ਸਾਰੀ ਚੱਲਦੇ ਆ ਪਤਾ ਲੱਗ ਜਾਂਦਾ, ਖੇਤ ਪਹੁੰਚਦਿਆਂ ਪਤਾ ਲੱਗ ਜਾਂਦਾ ਵੀ ਆਹ ਨੁਕਸ ਪੈ ਗਿਆ। ਤੁਹਾਨੂੰ ਸਮਝ ਆਉਂਦੀ ਮਸ਼ੀਨਰੀ ਦੀ ਹੁਣ ਕੋਈ ਥੋੜੀ ਬਹੁਤ ਸਮਝ ਆ ਗਈ ਹੈ ਵਰਤੋਂ ਦੇ ਹਿਸਾਬ ਨਾਲ। ਹਾਂਜੀ। ਤਾਂ ਡਿਫਿਕਲਟੀ ਤਾਂ ਨਹੀਂ, ਮੁਸ਼ਕਲ ਤਾਂ ਨਹੀਂ ਆਉਂਦੀ ਕੋਈ ਖੇਤੀਬਾੜੀ? ਨਹੀਂ, ਇਦਾਂ ਮੁਸ਼ਕਲ ਤਾਂ ਨਹੀਂ ਆਉਂਦੀ, ਜੇ ਕੋਈ ਆਵੇ ਮੁਸ਼ਕਲ ਤਾਂ ਪੁੱਛ ਲਈਦਾ, ਘਰਦਿਆਂ ਤੋਂ ਹੈਗੇ ਨੇ ਮਦਦ ਕਰਨ ਦੇ ਲਈ। ਹਾਂਜੀ। ਅੱਛਾ, ਇਹ ਦੱਸਿਓ ਵੀ ਇਹ ਮਜਬੂਰੀ ਦੇ ਵਿੱਚ ਖੇਤੀ ਕਰਨੀ ਪੈ ਰਹੀ ਹੈ ਵੀ ਪਾਪਾ ਚਲੇ ਗਏ ਪਿੱਛੋਂ, ਜਾਂ ਸ਼ੌਂਕ ਆਪਣਾ ਵੀ ਹੈਗਾ? ਸ਼ੌਂਕ ਆਪਣਾ ਵੀ ਹੈਗਾ ਹੈ, ਪਰ ਹੁਣ ਇੱਕ ਜ਼ਿੰਮੇਵਾਰੀ ਬਣ ਚੁੱਕੀ ਆ। ਹਾਂਜੀ, ਪਹਿਲਾਂ ਤਾਂ ਸ਼ੌਂਕ ਹੀ ਸੀਗਾ। ਰਿਸ਼ਤੇਦਾਰ ਕੀ ਕਹਿੰਦੇ ਨੇ? ਕਹਿੰਦੇ ਨਹੀਂ ਆ ਕੇ 4 ਖੇਤ ਸਾਡੇ ਵੀ ਵਾਹ ਜਾ? ਨਹੀਂ, ਇੱਦਾਂ ਤਾਂ ਨਹੀਂ ਕਹਿੰਦੇ ਰਿਸ਼ਤੇਦਾਰ, ਪਰ ਜੇ ਲੋੜ ਹੋਈ ਤਾਂ ਚੱਲ ਜਾਵਾਂਗੇ, ਉੱਥੇ ਵੀ ਕਰ ਦੇਵਾਂਗੇ ਉਹਨਾਂ ਦੀ ਮਦਦ। ਹਾਂਜੀ। ਤਾਂ ਇਹ ਭੈਣ ਮਨਪ੍ਰੀਤ ਕੌਰ ਹੈ ਜਿਹੜੀ ਆਪਣੇ ਪਿਤਾ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਭੇਜਿਆ ਹੈ। ਪਿਤਾ ਜੀ ਇਹਨਾਂ ਦੇ ਪਿਛਲੇ ਕਈ ਦਿਨਾਂ ਤੋਂ ਕੁੰਡਲੀ ਬਾਰਡਰ ਦੇ ਉੱਤੇ ਧਰਨੇ ਦਾ ਹਿੱਸਾ ਬਣੇ ਨੇ, ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। ਤਾਂ ਇਸ ਧੀ ਦੇ ਵੱਲੋਂ, ਇਸ ਭੈਣ ਦੇ ਵੱਲੋਂ ਆਪਣੇ ਖੇਤ ਵਾਏ ਤਿਆਰ ਕੀਤੇ, ਕਣਕ ਬੀਜੀ, ਜਿੱਥੇ ਆਲੂ ਦੀ ਪਟਾਈ ਸੀ ਪਟਾਈ ਕਰਵਾਈ, ਔਰ ਜਿੱਥੇ ਆਲੂ ਦੁਆਰਾ ਬੀਜਣਾ ਸੀ ਉੱਥੇ ਆਲੂ ਬੀਜਿਆ ਵੀ। ਤਾਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਨੂੰ ਇਸ ਕਿਸਾਨੀ ਸੰਘਰਸ਼ ਤੋਂ ਦੇਖਣ ਨੂੰ ਮਿਲ ਰਹੀਆਂ ਨੇ। ਤਸਵੀਰਾਂ ਕਈ ਜਗ੍ਹਾ ਦੇ ਉੱਤੇ ਭਾਵੁਕ ਕਰਦੀਆਂ ਨੇ ਤੇ ਕਈ ਜਗ੍ਹਾ ਸਾਨੂੰ ਹਿੰਮਤ ਵੀ ਦਿੰਦੀਆਂ ਨੇ, ਜਿੱਦਾਂ ਕਿ ਮਨਪ੍ਰੀਤ ਕੌਰ ਇਹ ਭੈਣ ਜੀ ਦੀ ਤਸਵੀਰ ਹੈ। ਖੁਦ ਖੇਤੀਬਾੜੀ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ, ਇੱਕ ਵੱਡੀ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਲਿਆ। ਤਸਵੀਰਾਂ ਕੁਝ ਅਜਿਹੀਆਂ ਵੀ ਆਉਂਦੀਆਂ ਨੇ ਜਿਸ ਵਿੱਚੋਂ ਸਾਨੂੰ ਜੋਸ਼ ਮਿਲਦਾ ਹੈ, ਸਾਡੇ ਵਿੱਚ ਜ਼ਿੰਦਗੀ ਜਿਉਣ ਦਾ ਜਜ਼ਬਾ ਸਾਡੇ ਵਿੱਚ ਭਰਦਾ। ਬਹੁਤ ਸਾਰੇ ਕਿਸਾਨ ਨੇ ਜਿਹੜੇ ਤੁਰ ਵੀ ਨਹੀਂ ਸਕਦੇ, ਪਰ ਅੱਜ ਕੁੰਡਲੀ ਬਾਰਡਰ ਦੇ ਉੱਤੇ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। ਕੋਈ ਟਿਕਰੀ ਬਾਰਡਰ ਤੇ ਹੈ ਤੇ ਕੋਈ ਗਾਜ਼ੀਆਬਾਦ ਵਾਲੇ ਬਾਰਡਰ ਤੇ ਬੈਠਾ ਹੈ ਤੇ ਕੋਈ ਜੈਪੁਰ ਜਿਹੜਾ ਦਿੱਲੀ ਹਾਈਵੇ ਹੈ ਉੱਥੇ ਧਰਨਾ ਮਾਰ ਕੇ ਬੈਠਾ ਹੈ, ਚਾਹੇ ਉਹ ਕਿਸਾਨ ਯੂਪੀ ਦਾ ਹੋਵੇ, ਚਾਹੇ ਉਹ ਰਾਜਸਥਾਨ ਦਾ ਹੋਵੇ। ਤਾਂ ਅਜਿਹੀਆਂ ਤਸਵੀਰਾਂ ਇਸ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਸਾਰੀਆਂ ਦੇਖਣ ਨੂੰ ਮਿਲੀਆਂ। ਅਸੀਂ ਕੋਸ਼ਿਸ਼ ਕਰਾਂਗੇ ਮਨਪ੍ਰੀਤ ਕੌਰ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੇ ਲਈ ਉਹਨਾਂ ਕੋਲ ਵੀ ਪਹੁੰਚਾਂਗੇ, ਉਹਨਾਂ ਤੋਂ ਜਾਣਾਂਗੇ ਵੀ ਮਨਪ੍ਰੀਤ ਕੌਰ ਦੀ ਇੱਕ ਸਵਾਲ ਮੈਂ ਮਨਪ੍ਰੀਤ ਕੌਰ ਤੋਂ, ਮਨਪ੍ਰੀਤ ਪੜ੍ਹਾਈ ਦਾ ਕਿਵੇਂ ਹੈ, ਕਿੰਨੇ ਕੁ ਨੰਬਰ 10ਵੀਂ ਚੋਂ ਕਿੰਨੇ ਨੰਬਰ ਆਏ ਸੀ? ਮੇਰੇ 80% ਦੇ ਲਾਗੇ ਸੀਗੇ, 77 ਸੀਗੇ। ਤੇ ਫਿਰ +1 ਦੇ ਵਿੱਚ ਜੋ ਨਾਨ ਮੈਡੀਕਲ ਰੱਖਿਆ ਉਹ 'ਚ ਕੀ ਪਰਫਾਰਮੈਂਸ ਸੀ? ਉਹ 'ਚ 80% ਤਾਂ ਬੱਬੀ ਸੀਗੇ। ਹਾਂਜੀ। ਅੱਛਾ, ਤੇ ਹੁਣ ਇਸ ਵਾਰ ਕੋਈ ਟੀਚਾ ਮਨ ਦੇ ਵਿੱਚ ਰੱਖਿਆ? ਹਾਂਜੀ, ਟੀਚਰ ਤਾਂ ਹੈ ਵੀ ਵਧੀਆ ਹੀ ਨੰਬਰ ਲੈ ਕੇ ਆਉਣੇ ਨੇ। ਬਾਕੀ ਹੁਣ ਹਾਲਾਤ ਇਦਾਂ ਦੇ ਨੇ ਕਿ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀ, ਸਕੂਲ ਤਾਂ ਬੰਦ ਹੀ ਨੇ, ਹੁਣ ਸਾਲ ਹੀ ਹੋ ਚੱਲਿਆ। ਚਲੋ ਦੇਖਾਂਗੇ ਕਿੱਦਾਂ ਦਾ ਹੁੰਦਾ। ਫਿਰ ਪੜ੍ਹਨਾ ਕੀ ਚਾਹੁੰਦੇ ਹੋ? ਜੇ ਸਿੱਖਿਆ ਵਾਲੇ ਖੇਤਰ ਨੂੰ ਆਪਾਂ ਜਾਣਦੇ ਹਾਂ, ਕਿਸਾਨੀ ਤਾਂ ਚਲੋ ਬੰਦਾ ਕਰ ਲੈਂਦਾ, ਡਿਊਟੀ ਤੋਂ ਛੁੱਟੀ ਆ ਕੇ ਵੀ ਕਰ ਲੂਗਾ ਜਾਂ ਛੁੱਟੀ ਵਾਲੇ ਦਿਨ ਵੀ ਕਰੂਗਾ ਜਿੰਨੀ ਮਦਦ ਕਰਵਾ ਸਕਦਾ। ਆਪ ਕੀ ਬਣਨਾ ਚਾਹੁੰਦੀ ਮਨਪ੍ਰੀਤ ਕੌਰ? ਹਾਲੇ ਅਜਿਹਾ ਕੁਝ ਸੋਚਿਆ ਤਾਂ ਨਹੀਂ, ਪਰ ਜੇ ਦੇਖਾਂ ਵੀ ਇੰਜੀਨੀਅਰਿੰਗ ਦੀ ਲਾਈਫ ਵਿੱਚ ਜਾਵਾਂਗੇ, ਕਿਉਂਕਿ ਨਾਨ ਮੈਡੀਕਲ ਇੰਜੀਨੀਅਰਿੰਗ ਨਾਲ ਹੀ ਰਿਲੇਟਡ ਹੈ। ਬਿਲਕੁਲ ਇੰਜੀਨੀਅਰ ਬਣਨਾ ਚਾਹੁੰਦੀ ਹੈ ਇਹ ਧੀ।
ਤਾਂ ਤਸਵੀਰਾਂ ਮੈਂ ਫੇਰ ਉਹੀ ਗੱਲ ਕਰ ਰਿਹਾ ਵੀ ਤਸਵੀਰਾਂ ਬਹੁਤ ਖੂਬਸੂਰਤ ਵੀ ਦੇਖਣ ਨੂੰ ਮਿਲ ਰਹੀਆਂ ਨੇ ਤੇ ਤਸਵੀਰਾਂ ਕੁਝ ਦੁੱਖ ਦੇਣ ਵਾਲੀਆਂ ਵੀ ਮਿਲਦੀਆਂ ਨੇ। ਬਹੁਤ ਸਾਰੇ ਕਿਸਾਨ ਭਰਾਵਾਂ ਦੀ ਉਸ ਸੰਘਰਸ਼ ਦੇ ਦੌਰਾਨ ਜਾਨ ਵੀ ਗਈ ਆ। ਉਹਨਾਂ ਨੂੰ ਸਾਡਾ ਸਲਾਮ ਹੈ, ਸਾਡੀ ਸ਼ਰਧਾ ਦੇ ਫੁੱਲ ਹੈ ਉਹਨਾਂ ਭਰਾਵਾਂ ਨੂੰ, ਕਿਸਾਨਾਂ ਨੂੰ। ਪਰ ਜਿਹੜੇ ਅਜੇ ਵੀ ਉੱਥੇ ਡਟੇ ਹੋਏ ਨੇ, ਆਪਣੇ ਪਰਿਵਾਰ ਪਿੱਛੇ ਛੱਡ ਕੇ ਲਗਾਤਾਰ ਠੰਡ ਦੇ ਵਿੱਚ ਰਾਤਾਂ ਕੱਟ ਰਹੇ ਨੇ, ਤਾਂ ਉਹਨਾਂ ਨੂੰ ਸਲੂਟ ਹੈ ਸਾਡਾ ਉਹਨਾਂ ਕਿਸਾਨ ਭਰਾਵਾਂ ਨੂੰ ਜੋ ਅੱਜ ਆਪਣੇ ਹੱਕਾਂ ਦੀ ਜੰਗ ਲੜ ਰਹੇ ਨੇ। ਸਭ ਕੋਸ਼ਿਸ਼ ਕਰਦੇ ਆ ਮਨਪ੍ਰੀਤ ਕੌਰ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ, ਉਹਨਾਂ ਤੋਂ ਜਾਣਦੇ ਹਾਂ ਵੀ ਉਹ ਮਨਪ੍ਰੀਤ ਦੇ ਇਸ ਵਿਚਾਰਾਂ ਪ੍ਰਤੀ, ਇਸ ਕੋਸ਼ਿਸ਼ ਦੇ ਪ੍ਰਤੀ ਉਹ ਕੀ ਸੋਚਦੇ ਨੇ। ਖੇਤਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਮਨਪ੍ਰੀਤ ਕੌਰ ਘਰ ਦੇ ਵਿੱਚ ਆਪਣੀ ਪੜ੍ਹਾਈ ਕਰ ਰਹੀ ਹੈ, ਲਿਖਾਈ ਕਰ ਰਹੀ ਹੈ। ਤਾਂ ਮਨਪ੍ਰੀਤ ਦੇ ਮਾਤਾ ਜੀ ਸਾਡੇ ਨਾਲ ਨੇ। ਮਾਤਾ ਜੀ ਕੀ ਨਾਂ ਤੁਹਾਡਾ? ਪਰਮਜੀਤ ਕੌਰ। ਜਿਸ ਤਰੀਕੇ ਦੇ ਨਾਲ ਮਨਪ੍ਰੀਤ ਨੂੰ ਆਪਾਂ ਖੇਤਾਂ 'ਚ ਵੀ ਟਰੈਕਟਰ ਚਲਾਉਂਦੇ ਦੇਖਿਆ, ਖੇਤੀਬਾੜੀ ਕਰਦੇ ਦੇਖਿਆ, ਤੁਹਾਡੇ ਹਸਬੈਂਡ ਦਿੱਲੀ ਗਏ ਨੇ ਧਰਨੇ ਦੇ ਵਿੱਚ, ਪਹਿਲਾਂ ਮੈਨੂੰ ਦੱਸੋ ਕੀ ਸੋਚਦੇ ਹੋ ਆਪਣੀ ਬੇਟੀ ਦੇ ਬਾਰੇ? ਅਸੀਂ ਤਾਂ ਚੰਗਾ ਹੀ ਸੋਚਦੇ ਹਾਂ, ਚਲੋ ਬੱਚੇ ਨੂੰ ਹਰ ਇੱਕ ਕੰਮ ਆਉਣਾ ਚਾਹੀਦਾ ਆ। ਤੇ ਹੁਣ ਤੁਹਾਡੇ ਸਾਹਮਣੇ ਬੱਚਿਆਂ, ਬੇਟੀ ਤੇ ਪੁੱਤਰ 'ਚ ਕੋਈ ਫਰਕ ਨਹੀਂ ਕੀਤਾ ਜਾਂਦਾ। ਚਲੋ ਇਹਨਾਂ ਦੀ ਪੜ੍ਹਾਈ ਵੀ ਬਹੁਤ ਜ਼ਰੂਰੀ ਆ, ਪਰ ਕੰਮ ਵੀ ਨਾਲ ਨਾਲ ਸਿੱਖਣਾ ਚਾਹੀਦਾ ਆ। ਹਾਂਜੀ। ਪਰ ਲੋਕ ਤੁਹਾਨੂੰ ਐਂ ਲੱਗਾ ਵੀ ਲੋਕ ਕੀ ਕਹਿਣਗੇ, ਕੁੜੀ ਨੂੰ ਟਰੈਕਟਰ ਤੇ ਵਾਹ ਕੇ ਖੇਤਾਂ 'ਚ ਤੋਰ ਦਿੰਦੇ ਆ, ਐਂ ਕਹਿੰਦੇ ਨਹੀਂ ਲੋਕ? ਨਹੀਂ ਨਹੀਂ ਜੀ, ਨਹੀਂ ਕੁਛ ਨਹੀਂ ਕਹਿੰਦੇ। ਖੁਸ਼ੀ ਹੁੰਦੀ ਹੈ? ਹਾਂਜੀ, ਕਿਉਂ ਬੱਚੇ ਦੀ ਕੋਈ ਨਾ ਕੋਈ ਖੁਸ਼ੀ ਆਪਣੀ ਵੀ ਹੁੰਦੀ ਆ। ਅਸੀਂ ਉਹਨੂੰ ਦਬਾ ਕੇ ਰੱਖਾਂਗੇ ਤਾਂ ਸਾਡੇ ਵਾਸਤੇ ਚੰਗੀ ਗੱਲ ਨਹੀਂ। ਹਾਂਜੀ। ਤਾਂ ਜਿੱਦਾਂ ਮਨਪ੍ਰੀਤ ਦਾ ਘਰ ਦਾ ਹੋਰ ਜਿਹੜੇ ਤੁਹਾਡੇ ਨਾਲ ਆਪਣੇ ਪਿਤਾ ਜੀ ਦੀ ਜ਼ਿੰਮੇਵਾਰੀ ਤਾਂ ਇਹਨੇ ਸਾਰੀ ਚੱਕ ਲਈ, ਖੇਤ ਵੀ ਵਾਹੁੰਦੀ ਹੈ, ਜਾ ਕੇ ਪੈਲੀ ਵਾਹੁੰਦੀ ਆ, ਬਿਜਾਈ ਵੀ ਕਰਦੀ ਹੈ ਫਸਲ ਦੀ, ਹੈ ਨਾ, ਸਾਰਾ ਕੁਝ ਸਾਂਭਦੀ ਆ। ਉਹ ਤਾਂ ਜ਼ਿੰਮੇਵਾਰੀ ਆਪਣੇ ਪਿਤਾ ਜੀ ਵਾਲੀ ਚੱਕ ਲਈ, ਤੁਹਾਡੇ ਨਾਲ ਮਦਦ ਕਰਵਾਉਂਦੀ ਹੈ? ਹਾਂਜੀ, ਘਰ ਵੀ ਨਾਲ ਕੰਮ ਕਰਾਉਂਦੀ ਆ, ਖੂਹ ਨੂੰ ਜਾਂਦੀ ਆ, ਫਿਰ ਧਾਰਾਂ ਵੀ ਨਾਲ ਚਵਾਉਂਦੀ ਆ। ਹਾਂਜੀ। ਤੇ ਰਸੋਈ ਦਾ ਜਿਹੜਾ ਰਸੋਈ ਦਾ ਵੀ ਮਤਲਬ ਕਿ ਕਰਵਾ ਦਿੰਦੀ ਆ ਜਦੋਂ ਟਾਈਮ ਮਿਲਦਾ ਆ। ਹਾਂਜੀ। ਕਿਤੇ ਐਂ ਤਾਂ ਨਹੀਂ ਮਨਪ੍ਰੀਤ ਸਾਹਮਣੇ ਬੈਠੀ ਹੈ, ਤੁਸੀਂ ਸਾਹਮਣੇ ਬੈਠੀ ਨੂੰ ਕਹੀ ਜਾ ਰਹੇ ਹੋ, ਕਰਵਾਉਂਦੀ ਹੈ? ਨਹੀਂ ਜੀ, ਕਰਾਉਂਦੀ ਆ। ਹਾਂਜੀ। ਅਸੀਂ ਫੇਰ ਵੀ ਕਹੀਦਾ ਆ ਵੀ ਮਤਲਬ ਕਿ ਆਪਣੀ ਪੜ੍ਹਾਈ ਦੇਖੋ ਪਹਿਲਾਂ, ਕੰਮ ਤਾਂ ਫਿਰ ਬੰਦੇ ਨੇ ਸਾਰੀ ਉਮਰ ਹੀ ਕਰਨਾ ਹੈ ਨਾ। ਹਾਂਜੀ। ਹੁਣ ਜਿੱਦਾਂ ਤੁਸੀਂ ਤੁਹਾਡੇ ਹਸਬੈਂਡ ਦੇ ਨਾਲ ਵੀ ਤੁਹਾਡੀ ਗੱਲ ਹੁੰਦੀ ਹੋਊਗੀ, ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਕਿਸਾਨ ਅੱਜ ਠੰਡ ਦੇ ਵਿੱਚ ਸੜਕਾਂ ਦੇ ਉੱਤੇ ਰਾਤਾਂ ਕੱਟ ਰਿਹਾ ਤੇ ਸਰਕਾਰ ਕਹੀ ਜਾਂਦੀ ਆਪਾਂ ਰੱਦ ਨਹੀਂ ਕਰਨੇ ਕਾਨੂੰਨ, ਤੁਹਾਨੂੰ ਕਿੱਦਾਂ ਲੱਗਦਾ ਹੈ? ਸਰਕਾਰ ਲੱਗ ਰਿਹਾ ਸਰਕਾਰ ਦਾ ਇੰਨਾ ਅੜੀਅਲ ਰਵੱਈਆ ਨਹੀਂ ਹੋਣਾ ਚਾਹੀਦਾ? ਨਹੀਂ ਹੋਣਾ ਤਾਂ ਨਹੀਂ ਚਾਹੀਦਾ, ਕਿਉਂ ਹੁਣ ਦੇਖੋ ਕਿਸਾਨ ਕਿੰਨੀ ਮਜਬੂਰੀ ਨਾਲ ਉੱਥੇ ਬੈਠੇ ਆ ਨਾ, ਤੇ ਇਹ ਵੀ ਬਹੁਤ ਜ਼ਰੂਰੀ, ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਆ ਤੇ ਇਹਦਾ ਕੋਈ ਨਾ ਕੋਈ ਹੱਲ ਤਾਂ ਨਿਕਲਣਾ ਚਾਹੀਦਾ ਹੀ ਆ। ਹਾਂਜੀ। ਮਨਪ੍ਰੀਤ ਦੇ ਪਾਪਾ ਗਏ ਧਰਨੇ ਦੇ ਉੱਤੇ ਤਾਂ ਕਹਿ ਕੇ ਗਏ ਹੋਊਗੇ ਮਨਪ੍ਰੀਤ ਨੂੰ ਵੀ ਪਿੱਛੋਂ ਖੇਤ ਸਾਂਭ ਲੇਗੀ, ਜਾਂ ਇਹਨੇ ਕਿਹਾ ਫਿਰ ਕੋਈ ਗੱਲਬਾਤ ਇਹਨਾਂ ਦੀ ਆਪਸ 'ਚ ਹੋਈ? ਹਾਂਜੀ, ਹੁੰਦੀ ਰਹਿੰਦੀ ਗੱਲਬਾਤ ਵੀ। ਹਾਂਜੀ। ਪੁੱਛਦੇ ਹੋਣਗੇ ਫਿਰ ਇਹਨੂੰ ਵੀ ਕਿੰਨੇ ਖੇਤ ਵਾਲੇ ਤੇ ਕਿੰਨੇ ਤਿਆਰ ਹੋ ਗਏ, ਕਿੰਨੇ ਰਹਿ ਗਏ? ਹਾਂਜੀ, ਪੁੱਛਦੇ ਆ। ਅੱਛਾ, ਜਿਵੇਂ ਉਹ ਉੱਥੇ ਨੇ ਪਿੱਛੇ ਪਰਿਵਾਰ ਦੇ ਵਿੱਚ ਦਿੱਕਤ ਪਰੇਸ਼ਾਨੀ ਤਾਂ ਨਹੀਂ ਕੋਈ ਆ ਰਹੀ, ਕੋਈ ਕੰਮ ਰੁਕੇ ਹੋਣ ਜਾਂ ਕੋਈ ਘਰ ਦੇ ਵਿੱਚ ਜੇ ਉਹ ਨਹੀਂ ਹਨ ਤੇ ਕੋਈ ਹਾਲਾਂਕਿ ਜਦੋਂ ਵੀ ਜੀ ਕਰ ਨਾ ਹੋਵੇ ਤਾਂ ਉਹਦੀ ਕਮੀ ਤਾਂ ਹਮੇਸ਼ਾ ਰਹਿੰਦੀ ਹੈ ਵੀ ਜਿਹੜੇ ਉਹਨਾਂ ਦੇ ਨਾਲ ਰਿਲੇਟਡ ਕੰਮ ਹੁੰਦੇ ਨੇ ਉਨੀ ਦੇਰ ਲਈ, ਪਰ ਮਨਪ੍ਰੀਤ ਨੇ ਖੇਤੀਬਾੜੀ ਤਾਂ ਸਾਂਭ ਲਈ ਹੈ, ਪਰ ਫਿਰ ਵੀ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਪਿੱਛੇ ਪਰਿਵਾਰਾਂ ਨੂੰ? ਨਹੀਂ, ਪਰੇਸ਼ਾਨੀ ਨਹੀਂ ਕੋਈ ਵੀ ਆ ਰਹੀ, ਕਿਉਂ ਇਹ ਕਿਸਾਨ ਦਾ ਕੰਮ ਹੀ ਇਹੋ ਆ ਖੇਤੀ ਦਾ, ਕਿ ਅਸੀਂ ਕਰਦੇ ਆਂਗਾ, ਬੱਚੇ ਵੀ ਇਹ ਕਰਨਗੇ, ਸਿੱਖਣਗੇ, ਫੇਰ ਹੀ ਆ ਨਾ, ਫੇਰ ਇਹਨਾਂ ਨੂੰ ਗਾਂਹ ਪਤਾ ਲੱਗੂ ਆਪਣੀ ਜ਼ਿੰਮੇਵਾਰੀਆਂ ਦਾ। ਹਾਂਜੀ। ਤਾਂ ਮਨਪ੍ਰੀਤ ਨੂੰ ਸ਼ੌਕ ਸੀਗਾ ਬਚਪਨ ਤੋਂ ਹੀ ਟਰੈਕਟਰ ਚਲਾਉਣ ਦਾ? ਤੁਸੀਂ ਇਹ ਬਚਪਨ ਤੋਂ ਇਹਨੂੰ ਦੇਖਿਆ ਹੋ? ਹਾਂਜੀ, ਇਹਨੂੰ 3-4 ਸਾਲ ਹੋਏ ਆ ਚਲਾਉਂਦੀ ਨੂੰ, ਕਹਿੰਦੀ ਸੀ ਮੈਂ ਸਿੱਖਣਾ ਆ, ਤੇ ਹੌਲੀ ਹੌਲੀ ਜਿੱਦਾਂ ਇਹਨੇ ਸਿੱਖ ਲਿਆ ਫਿਰ ਚਲਾਉਣ ਲੱਗ ਪਈ। ਹਾਂਜੀ। ਤਾਂ ਮਨਪ੍ਰੀਤ ਕਾਹਦੀ ਪੜ੍ਹਾਈ ਕਰ ਰਹੇ ਹੋ? ਮੈਂ ਨਾਨ ਮੈਡੀਕਲ 'ਚ ਹਾਂ ਤੇ ਇਸ ਕਰਕੇ ਮੈਂ ਫਿਜ਼ਿਕਸ ਪੜ੍ਹ ਰਹੀ ਹਾਂ ਇਸ ਵਕਤ। ਹਾਂਜੀ। ਮੈਂ ਦੇਖਿਆ ਨਾਨ ਮੈਡੀਕਲ ਹੋਵੇ, ਮੈਡੀਕਲ ਹੋਵੇ ਜਾਂ ਕਾਮਰਸ ਹੋਵੇ, ਆਰਟਸ ਵਾਲੇ ਤਾਂ ਟਿਊਸ਼ਨਾਂ ਘੱਟ ਹੀ ਪੜ੍ਹਦੇ ਨੇ, ਪਰ ਇਹ ਜਿਹੜੇ ਸਟਰੀਮ ਦੇ ਬੱਚੇ ਨੇ ਉਹ ਹਰ ਬੱਚਾ ਮੈਨੂੰ ਲੱਗਦਾ 100 ਚੋਂ 99% ਤਿੰਨੋਂ ਸਬਜੈਕਟਸ ਦੀਆਂ ਟਿਊਸ਼ਨਸ ਲੈਂਦੇ ਨੇ। ਤੁਸੀਂ ਟਿਊਸ਼ਨਸ ਲੈਂਦੇ ਹੋ ਕਿਤੇ? ਨਹੀਂ, ਹਾਲੇ ਤੱਕ ਤਾਂ ਕੋਈ ਟਿਊਸ਼ਨਸ ਨਹੀਂ ਲੈ ਰਹੀ, ਜੇ ਲੋੜ ਪਈ ਤਾਂ ਲੈ ਲਵਾਂਗੇ, ਪਰ ਉੱਥੇ ਵੀ ਪੜ੍ਹਾਉਣਾ ਹੀ ਹੁੰਦਾ, ਸਮਝਾਉਣਾ ਹੁੰਦਾ, ਟੀਚਰ ਸਮਝਾਉਂਦੇ ਆ, ਬਸ ਆਪਣਾ ਹੁੰਦਾ ਵੀ ਆਪਾਂ ਕਿੰਨਾ ਕੁ ਧਿਆਨ ਦਿੰਦੇ ਆ, ਸੋ ਉਸ ਦੇ ਮੁਤਾਬਿਕ ਹੁੰਦਾ ਟਿਊਸ਼ਨ ਦਾ ਵੀ। ਕਹਿੰਦੇ ਜਿਹੜਾ ਜ਼ਿਮੀਂਦਾਰ ਹੁੰਦਾ ਉਹਦੀ ਹਮੇਸ਼ਾ ਸੁਤਾ ਖੇਤਾਂ 'ਚ ਲੱਗੀ ਰਹਿੰਦੀ ਹੈ, ਉਹ ਘਰ ਆਉਂਦਾ ਤਾਂ ਵੀ ਉਹਨੂੰ ਇਹੀ ਹੁੰਦਾ ਵੀ ਮੇਰੀ ਫਸਲ ਦੇ ਵਿੱਚ ਕੋਈ ਅਵਾਰਾ ਪਸ਼ੂ ਨਾ ਵੜ ਜਾਏ, ਜਾਂ ਮੇਰੀ ਫਸਲ ਸਮੇਂ ਸਿਰ ਬੀਜੀ ਜਾਵੇ, ਕੋਈ ਫਸਲ ਦਾ ਨੁਕਸਾਨ ਨਾ ਹੋਵੇ, ਫਸਲ ਜਿਹੜੀ ਹੈ ਸਮੇਂ ਸਿਰ ਸਾਂਭੀ ਜਾਵੇ। ਫਿਰ ਆ ਕੇ ਇੱਕ ਪਾਸੇ ਖੇਤੀਬਾੜੀ ਤੇ ਦੂਸਰੇ ਪਾਸੇ ਪੜ੍ਹਾਈ, ਇਹ ਕਲੈਸ਼ ਤਾਂ ਨਹੀਂ ਹੁੰਦੀ ਸੋਚ ਦੋਨੇ ਪਾਸੇ? ਨਹੀਂ ਨਹੀਂ, ਹਰ ਇੱਕ ਚੀਜ਼ ਆਪਣੀ ਆਪਣੀ ਜਗ੍ਹਾ ਆ। ਜੋ ਹੁਣ ਪੜ੍ਹਾਈ ਕਰਨ ਲੱਗ ਪਈ ਤਾਂ ਪੜ੍ਹਾਈ ਵੱਲ ਹੀ ਧਿਆਨ ਹੈ, ਜੇ ਖੇਤਾਂ ਵਿੱਚ ਹੈ ਤਾਂ ਖੇਤਾਂ ਵੱਲ ਹੀ ਧਿਆਨ। ਹੁਣ ਕਿੰਨੇ ਦੇਰ ਪੜ੍ਹਨਾ, ਕਿੰਨਾ ਟਾਈਮ ਲਾਉਣਾ ਪੜ੍ਹਨ ਨੂੰ? ਮੈਂ 2 ਘੰਟੇ ਲਾਵਾਂਗੀ
ਤੇ ਉਸ ਤੋਂ ਬਾਅਦ ਜਾਣਾ ਸੀ, ਸ਼ਾਮ ਹੋ ਗਈ, ਹੁਣ ਖੋਤੇ ਜਾਵਾਂਗੇ ਤੇ ਫਿਰ ਧਾਰਾ ਧੁਰਾ ਚੋਣੀਆਂ ਨੇ ਤੇ ਬਾਅਦ ਵਿੱਚ। ਤੇ ਫਿਰ ਰਿਕਵਰੀ ਹੋ ਜੂਗੀ ਪੜ੍ਹਾਈ ਦੀ? ਖੇਤਾਂ ਤੋਂ ਉੱਥੇ ਵੀ ਤਾਂ ਥਕਾਵਟ ਹੁੰਦੀ ਹੈ, ਟਰੈਕਟਰ ਚਲਾ ਕੇ ਪੜ੍ਹਾਈ ਨੂੰ ਸੀਟਿੰਗ ਲੱਗ ਜਾਂਦੀ 2-3 ਘੰਟੇ ਦੀ। ਹਾਂਜੀ 2-3 ਘੰਟੇ ਤਾਂ ਪੜ੍ਹਦੀ ਹਾਂ ਮੈਂ ਰੋਜ਼, ਘੱਟ ਤੋਂ ਘੱਟ, ਵੱਧ ਤੋਂ ਵੱਧ ਜਿੰਨਾ ਹੋ ਸਕੇ ਓਨਾ ਫਿਰ। ਹਾਂਜੀ ਤਾਂ ਇਹ ਉਹ ਮਨਪ੍ਰੀਤ ਕੌਰ ਧੀ ਹੈ, ਭੈਣ ਹੈ, ਜਿਸ ਦੇ ਵੱਲੋਂ ਇੱਕ ਬਹੁਤ ਵੱਡੀ ਮਿਸਾਲ ਕਾਇਮ ਕਰ ਦਿੱਤੀ ਹੈ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ। ਹੁਣ ਮੈਂ ਗੱਲ ਕਰਾਂ ਤਾਂ ਅੱਜ ਉਸ ਅੰਦੋਲਨ ਦਾ ਹਰ ਕੋਈ ਹਿੱਸਾ ਬਣਨਾ ਚਾਹ ਰਿਹਾ ਜਾਂ ਬਣ ਵੀ ਰਿਹਾ ਹੈ। ਕੋਈ ਉੱਥੇ ਕੱਪੜੇ ਸਿਉਂ ਕੇ ਦੇ ਰਿਹਾ, ਕੋਈ ਝੰਡੇ ਤਿਆਰ ਕਰਕੇ ਦੇ ਰਿਹਾ, ਕਿਸਾਨੀ ਝੰਡੇ, ਤੇ ਕੋਈ ਸਟicker ਬਣਾ ਕੇ ਦੇ ਰਿਹਾ, ਤੇ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ, ਕੋਈ ਉਸ ਧਰਨੇ ਦੇ ਵਿੱਚ ਕਿਸਾਨਾਂ ਦੇ ਵਿਚਾਰਾਂ ਨੂੰ ਸੁਣ ਕੇ ਹੀ ਆਪਣੀਆਂ ਸੇਵਾਵਾਂ ਦੇ ਰਿਹਾ, ਤੇ ਕੋਈ ਪੈਟਰੋਲ ਪੰਪ ਤੋਂ ਫ੍ਰੀ ਤੇਲ ਪਵਾ ਕੇ ਗੱਡੀਆਂ ਦੇ ਵਿੱਚ ਦੇ ਰਿਹਾ। ਤਾਂ ਇਹ ਵੀ ਮੈਨੂੰ ਲੱਗਦਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਵੱਡਾ ਹਿੱਸਾ ਹੈ ਵੀ ਆਪਣੇ ਪਿਤਾ ਜੀ ਨੂੰ ਸਾਰੀਆਂ ਜ਼ਿੰਮੇਵਾਰੀਆਂ ਨੂੰ ਉਹਨਾਂ ਦੇ ਮੋਢਿਆਂ ਤੋਂ ਚੁੱਕ ਕੇ ਆਪਣੇ ਮੋਢਿਆਂ ਦੇ ਉੱਤੇ ਇਸ 17 ਸਾਲਾ ਧੀ ਦੇ ਵੱਲੋਂ, ਜੋ +2 ਦੀ ਵਿਦਿਆਰਥਣ ਹੈ, ਨਾਨ ਮੈਡੀਕਲ ਦੀ ਪੜ੍ਹਾਈ ਕਰ ਲਈ ਹੈ, ਕਰ ਰਹੀ ਹੈ, ਉਸ ਦੇ ਵੱਲੋਂ ਆਪਣੇ ਮੋਢਿਆਂ ਦੇ ਉੱਤੇ ਲੈ ਲਿਆ ਵੀ ਤੁਸੀਂ ਬੇਝਿਜਕ ਹੋ ਕੇ, ਬੇਫਿਕਰ ਹੋ ਕੇ ਉਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣੋ, ਕਿਸਾਨਾਂ ਦੇ ਨਾਲ ਮੋਢਾ ਲਾ ਕੇ ਦਿੱਲੀ ਦੇ ਵਿੱਚ ਡਟੋ ਤਾਂ ਜੋ ਇਹ ਕਾਨੂੰਨ ਰੱਦ ਹੋ ਸਕਣ। ਪਿੱਛੇ ਖੇਤੀਬਾੜੀ ਦੀ ਪਰਵਾਹ ਨਾ ਕਰਿਓ, ਉਹ ਮੈਂ ਹੈਗੀ ਹਾਂ, ਮੈਂ ਆਪਣੀ ਪੜ੍ਹਾਈ ਵੀ ਕਰਾਂਗੀ, ਖੇਤੀਬਾੜੀ ਵੀ ਸਾਂਭਾਂਗੀ ਤੇ ਆਪਣੇ ਮਾਤਾ ਪਿਤਾ ਦਾਦੀ ਦਾ ਵੀ ਖਿਆਲ ਰੱਖਾਂਗੀ। ਤੁਹਾਨੂੰ ਸਾਡੀ ਇਹ ਰਿਪੋਰਟ ਕਿਹੋ ਜਿਹੀ ਲੱਗੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ, ਆਪਣਾ ਸੁਝਾਅ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਈਸਪੁਰ, ਜ਼ਿਲ੍ਹਾ ਜਲੰਧਰ।